ਨੈਟਵਰਕ ਮਾਰਕੀਟਿੰਗ ਦੀ ਦੁਨੀਆ ਦੀ ਗੱਲ ਕਰੀਏ ਤਾਂ ਦੋ ਨਾਮ ਅਕਸਰ ਸਭ ਤੋਂ ਉੱਪਰ ਆਉਂਦੇ ਨੇ, ਫੋਰਐਵਰ ਲਿਵਿੰਗ ਅਤੇ ਵੈਸਟੀਜ। ਅੱਜ ਦੇ ਇਸ ਖਾਸ ਐਕਸਪਲੇਨਰ ਵਿੱਚ ਆਪਾਂ ਇਹਨਾਂ ਦੋਵੇਂ ਦਿੱਗਜਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਬਿਲਕੁਲ ਬਾਰੀਕੀ ਨਾਲ ਸਮਝਾਂਗੇ। ਦੋਵੇਂ ਆਪੋ ਆਪਣੇ ਖੇਤਰ ਦੇ ਬਾਦਸ਼ਾਹ ਨੇ, ਪਰ ਕਾਮਯਾਬੀ ਤੱਕ ਪਹੁੰਚਣ ਦਾ ਇਹਨਾਂ ਦਾ ਰਸਤਾ ਇੱਕ ਦੂਜੇ ਤੋਂ ਬਿਲਕੁਲ ਵੱਖਰਾ ਹੈ। ਅੱਜ ਦੇ ਏਜੰਡੇ ਤੇ ਇੱਕ ਝਾਤੀ ਮਾਰੀਏ ਤਾਂ ਆਪਾਂ ਸ਼ੁਰੂਆਤ ਕਰਾਂਗੇ ਇਹਨਾਂ ਦੀ ਬੁਨਿਆਦ ਅਤੇ ਗਲੋਬਲ ਪਹੁੰਚ ਤੋਂ। ਫਿਰ ਪ੍ਰੋਡਕਟਸ, ਕੀਮਤਾਂ, ਬਿਜ਼ਨਸ ਮਾਡਲ ਅਤੇ ਟ੍ਰੇਨਿੰਗ ਸਿਸਟਮ ਨੂੰ ਦੇਖਦੇ ਹੋਏ ਅੰਤ ਵਿੱਚ ਸਹੀ ਰਸਤੇ ਦੀ ਚੋਣ ਕਰਨ ਬਾਰੇ ਚਰਚਾ ਕਰਾਂਗੇ। ਬਸ ਫਟਾਫਟ ਅੱਗੇ ਵਧਦੇ ਹਾਂ। ਸਭ ਤੋਂ ਵੱਡਾ ਸਵਾਲ ਜੋ ਅਕਸਰ ਮਨ ਵਿੱਚ ਆਉਂਦਾ ਹੈ ਉਹ ਇਹ ਹੈ ਕਿ ਇੱਕ ਦਹਾਕਿਆਂ ਪੁਰਾਣੀ ਇੰਟਰਨੈਸ਼ਨਲ ਕੰਪਨੀ ਨਾਲ ਜੁੜਨਾ ਜ਼ਿਆਦਾ ਫਾਇਦੇਮੰਦ ਹੈ ਜਾਂ ਫਿਰ ਇੱਕ ਤੇਜ਼ੀ ਨਾਲ ਵਧ ਰਹੀ ਆਪਣੀ ਇੰਡੀਅਨ ਕੰਪਨੀ ਬਿਹਤਰ ਆਪਸ਼ਨ ਹੈ। ਇਹੀ ਉਹ ਦਿਲਚਸਪ ਸਵਾਲ ਹੈ ਜੋ ਅੱਜ ਦੇ ਇਸ ਪੂਰੇ ਵਿਸ਼ਲੇਸ਼ਣ ਦਾ ਆਧਾਰ ਬਣੇਗਾ। ਤਾਂ ਚਲੋ ਸੈਕਸ਼ਨ 1 ਤੋਂ ਸ਼ੁਰੂਆਤ ਕਰਦੇ ਹਾਂ ਅਤੇ ਇਹਨਾਂ ਡਾਇਰੈਕਟ ਸੇਲਿੰਗ ਜਾਇੰਟਸ ਦੀ ਬੁਨਿਆਦ ਤੇ ਨਜ਼ਰ ਮਾਰਦੇ ਹਾਂ। ਹੁਣ ਜੇ ਇਹਨਾਂ ਦੇ ਇਤਿਹਾਸ ਨੂੰ ਦੇਖੀਏ ਤਾਂ ਕਹਾਣੀ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਫੋਰਐਵਰ ਲਿਵਿੰਗ ਯਾਨੀ FLP ਕੋਲ ਕਈ ਦਹਾਕਿਆਂ ਦੀ ਇੰਟਰਨੈਸ਼ਨਲ ਵਿਰਾਸਤ ਹੈ। ਇਸ ਦੀ ਸ਼ੁਰੂਆਤ 1978 ਵਿੱਚ ਅਮਰੀਕਾ ਵਿੱਚ ਰੈਕਸ ਮੌਰਗਨ ਨੇ ਕੀਤੀ ਸੀ, ਮਤਲਬ ਕਿ ਇੱਕ ਪੂਰਾ ਟੈਸਟਡ ਅਤੇ ਟਿਕਾਊ ਸਿਸਟਮ। ਦੂਜੇ ਪਾਸੇ ਵੈਸਟੀਜ ਥੋੜੀ ਨਵੀਂ ਹੈ। ਇਸ ਨੂੰ 2004 ਵਿੱਚ ਗੌਤਮ ਬਾਲੀ, ਦੀਪਕ ਸੂਦ ਅਤੇ ਕੰਵਰ ਬੀਰ ਸਿੰਘ ਨੇ ਖਾਸ ਤੌਰ ਤੇ ਇੰਡੀਅਨ ਮਾਰਕੀਟ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਸੀ। ਇਹ ਕਹਿ ਲਓ ਕਿ ਇਹ ਆਧੁਨਿਕਤਾ ਅਤੇ ਦੇਸੀ ਲੋੜਾਂ ਦਾ ਇੱਕ ਪਰਫੈਕਟ ਮਿਕਸ ਹੈ। ਸੈਕਸ਼ਨ 2 ਵਿੱਚ ਆਪਾਂ ਗੱਲ ਕਰਾਂਗੇ ਇਹਨਾਂ ਦੇ origin ਅਤੇ ਗਲੋਬਲ ਰੀਚ ਬਾਰੇ। 160 ਤੋਂ ਵੀ ਵੱਧ ਦੇਸ਼। ਇਹ ਨੰਬਰ ਸੁਣਨ ਵਿੱਚ ਹੀ ਕਿੰਨਾ ਵੱਡਾ ਲੱਗਦਾ ਹੈ। ਫੋਰਐਵਰ ਲਿਵਿੰਗ ਨੇ ਦੁਨੀਆ ਭਰ ਵਿੱਚ ਆਪਣਾ ਪੈਰ ਬਹੁਤ ਮਜ਼ਬੂਤੀ ਨਾਲ ਜਮਾਇਆ ਹੋਇਆ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਇਹਨਾਂ ਦਾ ਸਿਸਟਮ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਅਤੇ ਮਾਰਕੀਟਾਂ ਵਿੱਚ ਪੂਰੀ ਤਰ੍ਹਾਂ ਟੈਸਟ ਹੋ ਚੁੱਕਿਆ ਹੈ। ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਸੋਲਿਡ ਅਤੇ ਸਟੇਬਲ ਗਲੋਬਲ ਫਾਊਂਡੇਸ਼ਨ ਦਿੰਦਾ ਹੈ। ਪਰ ਦੂਜੇ ਪਾਸੇ ਵੈਸਟੀਜ ਦੀ ਸਟੋਰੀ ਵੀ ਕਮਾਲ ਹੈ। ਭਾਵੇਂ ਇਹ ਇੰਡੀਆ ਤੋਂ ਸ਼ੁਰੂ ਹੋਈ, ਪਰ ਬਹੁਤ ਹੀ ਘੱਟ ਸਮੇਂ ਵਿੱਚ ਇਸਨੇ 35 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਇੰਨੀ ਤੇਜ਼ੀ ਨਾਲ ਇੰਟਰਨੈਸ਼ਨਲ ਮਾਰਕੀਟ ਵਿੱਚ ਫੈਲਣਾ ਸੱਚਮੁੱਚ ਸ਼ਾਨਦਾਰ ਹੈ। ਇਹ ਸਾਫ਼ ਦੱਸਦਾ ਹੈ ਕਿ ਇਹਨਾਂ ਦਾ ਮਾਡਲ ਨਵੀਆਂ ਮਾਰਕੀਟਾਂ ਵਿੱਚ ਕਿੰਨੀ ਜਲਦੀ ਐਡਜਸਟ ਹੋ ਜਾਂਦਾ ਹੈ। ਹੁਣ ਆਉਂਦੇ ਹਾਂ ਸੈਕਸ਼ਨ 3 ਤੇ, ਪ੍ਰੋਡਕਟਸ ਅਤੇ ਪ੍ਰਾਈਸਿੰਗ। ਇੱਥੇ ਦੋਵਾਂ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ। ਸਭ ਤੋਂ ਪਹਿਲਾਂ FLP ਦੀ ਗੱਲ ਕਰੀਏ ਤਾਂ ਇਹਨਾਂ ਦੇ ਸਾਰੇ ਪ੍ਰੋਡਕਟਸ ਦਾ ਬੇਸ ਇੱਕੋ ਹੀ ਹੈ, ਪ੍ਰੀਮੀਅਮ ਡਬਲ ਸਟੇਬਲਾਈਜ਼ਡ ਐਲੋਵੇਰਾ। ਚਾਹੇ ਉਹ ਹੈਲਥ ਸਪਲੀਮੈਂਟਸ ਹੋਣ ਜਾਂ ਕਾਸਮੈਟਿਕਸ, ਇਹ ਪੂਰੀ ਤਰ੍ਹਾਂ ਸਾਇੰਟਿਫਿਕ ਫਾਰਮੂਲਾ ਹੈ ਜੋ ਸਕਿਨ ਅਤੇ ਡਾਈਜੈਸ਼ਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਹੁਣ ਕਿਉਂਕਿ ਕੁਆਲਿਟੀ ਪ੍ਰੀਮੀਅਮ ਹੈ ਤਾਂ ਕੀਮਤ ਵੀ ਥੋੜੀ ਜ਼ਿਆਦਾ ਹੁੰਦੀ ਹੈ, ਪਰ ਫਾਇਦਾ ਇਹ ਹੈ ਕਿ ਜਦੋਂ ਲੋਕਾਂ ਨੂੰ ਰਿਜ਼ਲਟਸ ਮਿਲਦੇ ਨੇ ਤਾਂ ਉਹ ਵਾਰ-ਵਾਰ ਉਹੀ ਚੀਜ਼ ਖਰੀਦਦੇ ਨੇ, ਜਿਸ ਨਾਲ ਲੌਂਗ ਟਰਮ ਬਿਜ਼ਨਸ ਬਣਦਾ ਹੈ। ਦੂਜੇ ਪਾਸੇ ਜੇ ਵੈਸਟੀਜ ਨੂੰ ਦੇਖੀਏ ਤਾਂ ਇਹਨਾਂ ਦਾ ਸਾਰਾ ਫੋਕਸ ਰੋਜ਼ਮਰਰਾ ਦੀਆਂ ਲੋੜਾਂ ਤੇ ਹੈ। ਹੈਲਥ ਸਪਲੀਮੈਂਟਸ ਤੋਂ ਲੈ ਕੇ ਸ਼ੈਂਪੂ, ਡਿਟਰਜੈਂਟ ਅਤੇ ਇੱਥੋਂ ਤੱਕ ਕਿ ਖੇਤੀਬਾੜੀ ਦੇ ਪ੍ਰੋਡਕਟਸ ਤੱਕ ਸਭ ਕੁਝ ਮਿਲ ਜਾਂਦਾ ਹੈ। ਇਹ ਸਾਰੇ ਪ੍ਰੋਡਕਟਸ ਖਾਸ ਕਰਕੇ ਇੰਡੀਅਨ ਲਾਈਫਸਟਾਈਲ ਦੇ ਹਿਸਾਬ ਨਾਲ ਬਣਾਏ ਗਏ ਨੇ ਅਤੇ ਕਾਫੀ ਪਾਕਟ ਫ੍ਰੈਂਡਲੀ ਨੇ। ਇਹਨਾਂ ਦਾ ਮੇਨ ਟਾਰਗੇਟ ਇਹੀ ਹੈ ਕਿ ਆਮ ਆਦਮੀ ਦੇ ਰੋਜ਼ਾਨਾ ਵਰਤੋਂ ਵਾਲੇ ਪ੍ਰੋਡਕਟਸ ਨੂੰ ਵਧੀਆ ਕੁਆਲਿਟੀ ਅਤੇ ਸਹੀ ਰੇਟ ਤੇ ਕਿਵੇਂ ਦਿੱਤਾ ਜਾਵੇ। ਸਵੇਤੇ ਆ ਕੇ ਦੋ ਵੱਖਰੇ ਰਸਤੇ ਬਣ ਜਾਂਦੇ ਨੇ। ਇੱਕ ਪਾਸੇ FLP ਹੈ, ਜਿੱਥੇ ਪ੍ਰੀਮੀਅਮ ਪ੍ਰੋਡਕਟਸ ਨੇ ਜਿਨ੍ਹਾਂ ਵਿੱਚ ਮੁਨਾਫਾ ਤਾਂ ਬਹੁਤ ਹੈ, ਪਰ ਸ਼ੁਰੂ ਵਿੱਚ ਵੇਚਣ ਲਈ ਥੋੜੀ ਜ਼ਿਆਦਾ ਮਿਹਨਤ ਲੱਗਦੀ ਹੈ ਕਿਉਂਕਿ ਗਾਹਕ ਨੂੰ ਪ੍ਰੋਡਕਟ ਦੀ ਵੈਲਿਊ ਸਮਝਾਉਣੀ ਪੈਂਦੀ ਹੈ। ਤੇ ਦੂਜੇ ਪਾਸੇ ਵੈਸਟੀਜ ਹੈ, ਜਿਸ ਦੇ ਪ੍ਰੋਡਕਟਸ ਕਿਫਾਇਤੀ ਹੋਣ ਕਰਕੇ ਵੇਚਣੇ ਬਹੁਤ ਸੌਖੇ ਨੇ, ਖਾਸ ਕਰਕੇ ਨਵੇਂ ਲੋਕਾਂ ਲਈ, ਅਤੇ ਇੱਥੇ ਸੇਲਜ਼ ਵੋਲਿਊਮ ਬਹੁਤ ਤੇਜ਼ੀ ਨਾਲ ਵਧ ਸਕਦੀ ਹੈ। ਅੱਗੇ ਵਧਦੇ ਹਾਂ ਸੈਕਸ਼ਨ 4 ਵੱਲ, ਜਿੱਥੇ ਆਪਾਂ ਇਹਨਾਂ ਦੇ ਬਿਜ਼ਨਸ ਮਾਡਲਸ ਯਾਨੀ ਇਨਕਮ ਸਿਸਟਮ ਨੂੰ ਕੰਪੇਅਰ ਕਰਾਂਗੇ। ਹੁਣ ਪੈਸਾ ਕਿਵੇਂ ਆਉਂਦਾ ਹੈ, ਇਸ ਵਿੱਚ ਵੀ ਦੋਵਾਂ ਕੰਪਨੀਆਂ ਦੀ ਅਪਰੋਚ ਬਿਲਕੁਲ ਵੱਖਰੀ ਹੈ। FLP ਦਾ ਮਾਡਲ ਕਾਫੀ ਸਿੰਪਲ ਅਤੇ ਸਟੇਬਲ ਹੈ, ਜਿਸ ਵਿੱਚ 5 ਤਰ੍ਹਾਂ ਦੇ ਕੋਰ ਬੋਨਸ ਮਿਲਦੇ ਨੇ। ਇਹ ਉਹਨਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਗਲੋਬਲ ਲੈਵਲ ਤੇ ਲੌਂਗ ਟਰਮ ਪੈਸਿਵ ਇਨਕਮ ਬਣਾਉਣਾ ਚਾਹੁੰਦੇ ਨੇ, ਜਦਕਿ ਵੈਸਟੀਜ ਦਾ ਮਾਡਲ ਬਹੁਤ ਹੀ ਐਗਰੈਸਿਵ ਅਤੇ ਫਾਸਟ ਗਰੋਥ ਵਾਲਾ ਹੈ, ਜਿਸ ਵਿੱਚ 11 ਤਰ੍ਹਾਂ ਦੀ ਇਨਕਮ ਹੁੰਦੀ ਹੈ ਅਤੇ ਖਾਸ ਕਰਕੇ ਨੈਟਵਰਕ ਨੂੰ ਜਲਦੀ ਵਧਾਉਣ ਤੇ ਜ਼ੋਰ ਦਿੰਦਾ ਹੈ। ਦਰਅਸਲ ਵੈਸਟੀਜ ਦੇ ਇਸ ਹਾਈਬ੍ਰਿਡ ਮਾਡਲ ਦਾ ਫਾਇਦਾ ਉਹਨਾਂ ਨੂੰ ਹੁੰਦਾ ਹੈ ਜੋ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਵੱਡਾ ਨੈਟਵਰਕ ਖੜਾ ਕਰਨਾ ਚਾਹੁੰਦੇ ਨੇ। 11 ਵੱਖ-ਵੱਖ ਇਨਕਮ ਸਟਰੀਮਸ ਦਾ ਮਤਲਬ ਹੈ ਕਿ ਜਿਵੇਂ-ਜਿਵੇਂ ਨੈਟਵਰਕ ਵੱਧਦਾ ਹੈ, ਬ੍ਰੌਂਜ਼ ਤੋਂ ਲੈ ਕੇ ਕਰਾਊਨ ਐਂਬੈਸੇਡਰ ਤੱਕ ਦਾ ਸਫ਼ਰ ਬਹੁਤ ਤੇਜ਼ੀ ਨਾਲ ਤੈਅ ਕੀਤਾ ਜਾ ਸਕਦਾ ਹੈ। ਇਹ ਮਾਡਲ ਇੱਕ ਐਸੀ ਐਨਰਜੀ ਬਣਾ ਦਿੰਦਾ ਹੈ ਕਿ ਬੰਦਾ ਆਪਣੇ ਆਪ ਤੇਜ਼ੀ ਨਾਲ ਕੰਮ ਕਰਨ ਲਈ ਮੋਟੀਵੇਟ ਹੋ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਸੈਕਸ਼ਨ 5 ਦੀ, ਈਕੋਸਿਸਟਮ ਅਤੇ ਟ੍ਰੇਨਿੰਗ ਬਾਰੇ।
ਦੇਖੋ, ਨੈਟਵਰਕ ਮਾਰਕੀਟਿੰਗ ਵਿੱਚ ਟ੍ਰੇਨਿੰਗ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਜੇ ਕਿਸੇ ਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੋਜ਼ਰ ਚਾਹੀਦਾ ਹੈ ਤਾਂ FLP ਦੀ ਗਲੋਬਲ ਸਪੋਰਟ ਕਮਾਲ ਦੀ ਹੈ। ਇਹਨਾਂ ਦੀਆਂ ਇੰਟਰਨੈਸ਼ਨਲ ਕਨਵੈਨਸ਼ਨਾਂ ਅਤੇ ਗਲੋਬਲ ਮੈਂਟਰਸ਼ਿਪ ਇੱਕ ਵੱਖਰਾ ਹੀ ਤਜਰਬਾ ਦਿੰਦੀਆਂ ਨੇ। ਪਰ ਜੇਕਰ ਕਿਸੇ ਨੂੰ ਲੋਕਲ ਭਾਸ਼ਾ ਵਿੱਚ ਸਪੋਰਟ ਚਾਹੀਦੀ ਹੈ, ਆਸਾਨੀ ਨਾਲ ਸਮਝ ਆਉਣ ਵਾਲੇ ਸੈਮੀਨਾਰ ਅਤੇ ਵੈਬੀਨਾਰ ਚਾਹੀਦੇ ਨੇ, ਤਾਂ ਵੈਸਟੀਜ ਦਾ ਇੰਡੀਅਨ ਈਕੋਸਿਸਟਮ ਬੈਸਟ ਹੈ, ਕਿਉਂਕਿ ਇਹ ਬਿਲਕੁਲ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਹੈ। ਫਾਈਨਲ ਸੈਕਸ਼ਨ ਯਾਨੀ ਸੈਕਸ਼ਨ 6 ਸਹੀ ਰਸਤੇ ਦੀ ਚੋਣ। ਇੰਨਾ ਕੁਝ ਸਮਝਣ ਤੋਂ ਬਾਅਦ ਇਹ ਗੱਲ ਬਿਲਕੁਲ ਕਲੀਅਰ ਹੋ ਜਾਂਦੀ ਹੈ ਕਿ ਇੱਥੇ ਕੋਈ ਇੱਕ ਸਹੀ ਜਾਂ ਗਲਤ ਕੰਪਨੀ ਨਹੀਂ ਹੈ। ਸਾਰੀ ਖੇਡ ਇਸ ਗੱਲ ਦੀ ਹੈ ਕਿ ਇੱਕ ਇਨਸਾਨ ਦੇ ਆਪਣੇ ਲਾਈਫਸਟਾਈਲ ਗੋਲਸ ਕੀ ਨੇ, ਉਹ ਕਿਸ ਸਪੀਡ ਨਾਲ ਕੰਮ ਕਰਨਾ ਚਾਹੁੰਦਾ ਹੈ ਅਤੇ ਉਹ ਕਿਸ ਤਰ੍ਹਾਂ ਦੀ ਮਾਰਕੀਟ ਨੂੰ ਟਾਰਗੇਟ ਕਰ ਰਿਹਾ ਹੈ। ਬਸ ਆਪਣੀ ਸੋਚ ਨੂੰ ਸਹੀ ਕਾਰਪੋਰੇਟ ਢਾਂਚੇ ਨਾਲ ਮੈਚ ਕਰਨਾ ਹੁੰਦਾ ਹੈ। ਸਿੱਧੀ ਜੀ ਗੱਲ ਹੈ, ਜੇ ਫੋਕਸ ਪ੍ਰੀਮੀਅਮ ਕੁਆਲਿਟੀ, ਸਟੇਬਲ ਪੈਸਿਵ ਇਨਕਮ ਅਤੇ ਇੱਕ ਇੰਟਰਨੈਸ਼ਨਲ ਲਾਈਫਸਟਾਈਲ ਤੇ ਹੈ ਤਾਂ FLP ਇੱਕ ਬਹੁਤ ਵਧੀਆ ਆਪਸ਼ਨ ਹੈ। ਪਰ ਜੇ ਟਾਰਗੇਟ ਹੈ ਤੇਜ਼ੀ ਨਾਲ ਲੋਕਲ ਨੈਟਵਰਕ ਬਣਾਉਣਾ, ਦੇਸੀ ਟ੍ਰੇਨਿੰਗ ਦਾ ਫਾਇਦਾ ਲੈਣਾ ਅਤੇ ਰੋਜ਼ਾਨਾ ਵਰਤੋਂ ਵਾਲੇ ਕਿਫਾਇਤੀ ਪ੍ਰੋਡਕਟਸ ਵਿੱਚ ਡੀਲ ਕਰਨਾ, ਤਾਂ ਵੈਸਟੀਜ ਬਿਲਕੁਲ ਪਰਫੈਕਟ ਫਿਟ ਹੈ। ਅਤੇ ਜਿਵੇਂ ਕਿ ਇਸ ਐਕਸਪਲੇਨਰ ਦੇ ਸੋਰਸ ਮਟੀਰੀਅਲ ਵਿੱਚ ਬਹੁਤ ਵਧੀਆ ਗੱਲ ਕਹੀ ਗਈ ਹੈ ਕਿ ਕੋਈ ਵੀ ਕੰਪਨੀ ਆਪਣੇ ਆਪ ਕਾਮਯਾਬ ਨਹੀਂ ਬਣਾਉਂਦੀ। ਅਸਲ ਸਫਲਤਾ ਤਾਂ ਇੱਕ ਇਨਸਾਨ ਦੇ ਆਪਣੇ ਫੈਸਲੇ, ਲਗਾਤਾਰ ਮਿਹਨਤ ਅਤੇ ਲੀਡਰਸ਼ਿਪ ਤੇ ਨਿਰਭਰ ਕਰਦੀ ਹੈ। ਗੱਡੀ ਭਾਵੇਂ ਕੋਈ ਵੀ ਹੋਵੇ, ਮੰਜ਼ਿਲ ਤੇ ਪਹੁੰਚਣ ਲਈ ਡਰਾਈਵਰ ਦਾ ਵਧੀਆ ਹੋਣਾ ਸਭ ਤੋਂ ਜ਼ਰੂਰੀ ਹੈ। ਤਾਂ ਜਾਂਦੇ-ਜਾਂਦੇ ਇਹ ਸੋਚਣ ਵਾਲੀ ਗੱਲ ਹੈ, ਕਿਹੜਾ ਬਿਜ਼ਨਸ ਮਾਡਲ ਲੌਂਗ ਟਰਮ ਕੈਰੀਅਰ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸਹੀ ਲੱਗਦਾ ਹੈ। ਅੱਜ ਜਿਨ੍ਹਾਂ ਮਾਡਲਸ, ਪ੍ਰੋਡਕਟਸ ਅਤੇ ਮਾਰਕੀਟਸ ਬਾਰੇ ਆਪਾਂ ਡੀਕੋਡ ਕੀਤਾ ਹੈ, ਉਹਨਾਂ ਤੇ ਧਿਆਨ ਨਾਲ ਸੋਚੋ। ਇਹ ਜਾਣਕਾਰੀ ਇੱਕ ਮਜ਼ਬੂਤ ਅਤੇ ਸਹੀ ਫੈਸਲਾ ਲੈਣ ਵਿੱਚ ਬਹੁਤ ਕੰਮ ਆਵੇਗੀ।